ਪਛਾਣਿਆ ਨਹੀਂ। ਐਕਚੁਅਲੀ ਜਦੋਂ ਅਸੀਂ ਛੋਟੇ ਹੁੰਦੇ ਸਾਰੇ ਮੇਲੇ ਤੇ ਗਏ ਸੀ ਨਾ, ਤਾਂ ਮੈਂ ਤੁਹਾਡਾ ਹੱਥ ਫੜਿਆ ਹੋਇਆ ਸੀ, ਉਹ ਛੁੱਟ ਗਿਆ ਸੀਗਾ ਮੇਰਾ ਹੱਥ, ਅੱਜ ਲੱਭ ਗਿਆ। ਤੁਹਾਨੂੰ ਦੱਸਿਆ ਨਹੀਂ ਤੁਹਾਡੀ ਮੰਮੀ ਨੇ? ਅੱਜ ਪੁੱਛਿਓ ਜਾ ਕੇ। ਕਈ ਉਹ ਮੇਲੇ ਦੇ ਵਿੱਚ ਸਾਡਾ ਕੋਈ ਵੀਰ ਗਵਾਚ ਗਿਆ ਸੀ, ਫਿਰ ਉਹ ਤੁਹਾਨੂੰ ਦੱਸੂਗੀ ਕਿ ਹਾਂ ਗਵਾਚ ਗਿਆ ਸੀ, ਅੱਜ ਲੱਭ ਗਿਆ। ਅੱਜ ਮੈਂ ਇੱਥੇ ਕੀ ਕਰਨ ਆਇਆ, ਕੀ ਲੱਗਦਾ ਤੁਹਾਨੂੰ? कोई वोटा मांगना है? मेरे प्रिय बच्चों, हमने देश का भविष्यकार किया है, भ्रष्टाचार और बढ़ाया है हमने यहाँ पर करप्शन बढ़ा दी है। तो कृपया करके हमें वोट डालें। हम आपके स्कूल को पूरा चमका देंगे, आप हमें वोट दीजिए। ना 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 ना, आप इतना दिन अच्छा, मेरे को गाना गुना प्रमोट नहीं करना है, कोई फिल्म प्रमोशन से आया कि अभी आप पढ़ लिख के स्कूल में से पढ़ेंगे तो कृपया हमारे कॉलेज में एडमिशन लीजिए। ਅੱਜ ਤੱਕ ਇਦਾਂ ਦੇ ਆਏ ਹੋਣੇ ਸਾਰੇ, ਹਨਾ? ਸਾਡੇ ਨਾਲ ਆਹ ਕਰ ਲਓ, ਸਾਡੇ ਨਾਲ ਆਹ ਕਰ ਲਓ, ਸਾਡੇ ਨਾਲ ਆਹ ਕਰ ਲਓ, ਪਰ ਅਸੀਂ ਸਿਰਫ ਤੁਹਾਨੂੰ ਮਿਲਣ ਆਏ। ਜਿਵੇਂ ਦੀਵਾਲੀ ਤੋਂ ਪਹਿਲਾਂ ਦੀਵਾਲੀ ਦੇ ਘਰ ਜਾਂਦੇ ਨਾ ਆਪਾਂ ਲੋਕਾਂ ਦੇ ਘਰੇ, ਕੀ ਆ ਰਿਸ਼ਤੇਦਾਰਾਂ ਦੇ ਘਰੇ ਜਾਂਦੇ ਉਹਨੇ ਲਿਫਾਫੇ ਵੰਡਣ, ਇਹ ਬਸ ਲਿਫਾਫੇ ਵੰਡਣ ਆਏ ਆਪਾਂ। ਜਦੋਂ ਵੀ ਦੀਵਾਲੀ ਦੇ ਦਿਨ ਨੇੜੇ ਹੁੰਦੇ ਤੇ ਘਰ ਕੋਈ ਰਿਸ਼ਤੇਦਾਰ ਆਉਂਦਾ, ਪਹਿਲਾਂ ਅਸੀਂ ਉਹਦੇ ਹੱਥ ਵੱਲ ਦੇਖਦੇ ਹਾਂ ਕਿ ਲਿਫਾਫਾ ਲੈ ਕੇ ਆਇਆ ਕੋਈ ਖਾਲੀ ਹੱਥ ਆ ਗਿਆ। ਸੇਬ ਸੰਤਰੇ ਫਰੂਟ ਜੂਸ ਕੁਛ ਤਾਂ ਲੈ ਕੇ। ਕਈ ਮੇਰੇ ਵਰਗੇ ਬੇਸ਼ਰਮ ਏਦਾਂ ਹੀ ਚੱਲ ਜਾਂਦੇ। ਉਸ ਤੋਂ ਕਰਦਾ ਕਹੀਦਾ ਜੀ ਹੈਪੀ ਦੀਵਾਲੀ, ਹੈਪੀ ਦੀਵਾਲੀ, ਕਹਿੰਦੇ ਸੁੱਕੀ ਹੈਪੀ ਦੀਵਾਲੀ। ਹਾਂਜੀ ਹਾਂਜੀ, ਸਗਨ ਵੀ ਪਾ ਦਿਓ ਜੀ ਸਾਨੂੰ। ਤੁਹਾਨੂੰ ਰਿਸ਼ਤੇਦਾਰ ਵੀ ਸਭ ਤੋਂ ਫੇਵਰਟ ਉਹੀ ਲੱਗਦੇ ਆ ਜਿਹੜੇ ਸਗਨ ਪਾ ਕੇ ਜਾਂਦੇ। ਮੈਨੂੰ ਤਾਂ ਬਾਕੀ ਰਿਸ਼ਤੇਦਾਰ ਹੀ ਨਹੀਂ ਪਸੰਦ। ਖਾਲੀ ਹੱਥ ਵੀ ਕੋਈ ਆਉਂਦਾ, ਬੱਚਿਆਂ ਨੂੰ ਕੋਈ 500,000 ਦਾ ਸਗਨ ਪਾ ਦਿਓ, ਬੱਚੇ ਦਾ ਕੰਮ ਆਊਗਾ। ਚਲੋ ਬਹੁਤ ਹੋ ਗਿਆ ਮਜ਼ਾਕ। ਵੈਸੇ ਕਰਨ ਮੈਂ ਇੱਥੇ ਹੀ ਕੁਛ ਆਇਆ ਕਿ ਮੈਂ ਸਪੀਚ ਯਾਦ ਕਰਕੇ ਨਹੀਂ ਆਇਆ ਕੋਈ ਕਿ ਮੈਂ ਆਪਣੀ ਭੈਣਾਂ ਨਾਲ ਸਪੀਚ ਕਰਨੀ ਹੈ। ਬਸ ਜੋ ਮੈਂ ਅੱਜ ਕੱਲ੍ਹ ਦੇਖਦਾ ਭੈਣੋ, ਮੇਰਾ ਰੋਜ਼ ਦਾ ਕੰਮ ਜਿਹੜਾ ਹੈਗਾ, ਮੈਂ ਤੁਹਾਨੂੰ ਥੋੜਾ ਜਿਹਾ, ਜਿਨ੍ਹਾਂ ਨੂੰ ਮੇਰੀ ਭੈਣਾਂ ਨੂੰ ਮੇਰੇ ਬਾਰੇ ਨਹੀਂ ਪਤਾ ਮੈਂ ਦੱਸ ਦਿੰਦਾ, ਜਿਨ੍ਹਾਂ ਨੂੰ ਪਤਾ ਹੈ ਬਹੁਤ ਵਧੀਆ। ਮੈਂ ਵੀ ਤੁਹਾਡੇ ਵਿੱਚੋਂ ਹੀ ਪੜ੍ਹਿਆ ਹੋਇਆ, ਜਿਹੜੇ ਤੁਸੀਂ ਬੈਠੇ ਹੋ ਇੱਥੇ ਮੈਂ ਵੀ ਬਹਿੰਦਾ ਹੁੰਦਾ ਸੀ। ਜਿਹੜੇ ਹਾਲਾਤ ਤੁਹਾਡੇ ਘਰ ਦੇ, ਸ਼ਾਇਦ ਤੁਹਾਡੇ ਨਾਲੋਂ ਜ਼ਿਆਦਾ ਮੈਨੂੰ ਅਹਿਸਾਸ ਹੈ। ਬਿਲੋਂਗ ਮੈਂ ਇੱਕ ਐਸੀ ਫੈਮਿਲੀ ਤੋਂ ਕਰਦਾ ਕਿ ਮੇਰਾ ਦੂਰ ਤੱਕ ਇਸ ਸਿਚੁਏਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਫਿਰ ਵੀ ਵਾਹਿਗੁਰੂ ਨੇ ਡਿਊਟੀ ਐਸੀ ਲਾਤੀ ਕਿ ਮੈਨੂੰ ਨਾ ਚਾਹੁੰਦੇ ਹੋਏ ਕਿ ਤੁਹਾਡੇ ਘਰ ਦੀ ਸਿਚੁਏਸ਼ਨਾਂ ਬਾਰੇ ਪਤਾ ਹੁੰਦਾ। ਮੈਂ ਕੌਣ ਆ, ਮੈਂ ਕੀ ਕਰਦਾ। ਮੈਂ ਕਾਲਜ ਪੜ੍ਹਿਆ PCT ਬੱਦੋਵਾਲ, ਆਈ ਡਿਡ ਗ੍ਰੈਜੂਏਸ਼ਨ। ਤੇ ਜਦੋਂ ਮੈਂ ਸਕੂਲ ਪੜ੍ਹਦਾ ਹੁੰਦਾ ਸੀਗਾ, ਮੇਰੀ ਹਾਈਟ ਛੋਟੀ ਕਰਕੇ ਬੜਾ ਮਜ਼ਾਕ ਉਡਦਾ ਸੀ ਕਿ ਟਿੱਡਾ ਜਾਂ ਮੇਰੀ ਛੇੜ ਸੀ ਟਿੱਡਾ। ਅੱਜ ਵੀ ਮੈਨੂੰ ਟਿੱਡਾ ਹੀ ਕਹਿੰਦੇ ਆ। ਤਾਂ ਹਰ ਬੰਦੇ ਦੇ ਵਿੱਚ, ਹਰ ਕੁੜੀ ਜਾਂ ਮੁੰਡੇ ਦੇ ਵਿੱਚ ਇੱਕ ਘਰ ਦੀ ਸਿਚੁਏਸ਼ਨ ਹੁੰਦੀ ਹੈ ਜਿਹਦੇ ਕਰਕੇ ਉਹਨਾਂ ਨੂੰ ਲੱਗਦਾ ਕਿ ਸਭ ਤੋਂ ਪਰੇਸ਼ਾਨ ਸ਼ਾਇਦ ਮੈਂ ਹੀ ਹਾਂ। ਮੈਨੂੰ ਨਾ, ਮੇਰੇ ਕੋਲ ਕਿਸੇ ਦਾ ਦੁੱਖ ਨਹੀਂ ਦੇਖਿਆ ਜਾਂਦਾ ਸੀਗਾ। ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀ, ਆਪਣੇ ਕਾਲਜ 'ਚ ਪੜ੍ਹਦਾ ਸੀ, ਤਾਂ ਮੇਰਾ ਦਿਲ ਕੀਤਾ। NGO ਪਤਾ ਕਿਸੇ ਨੂੰ ਕੀ ਹੁੰਦਾ? NGO ਕੀ ਹੁੰਦਾ ਭੈਣੋ? NGO ਜਿਸ 'ਚ ਤੁਸੀਂ ਹਰ ਇੱਕ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰ ਸਕੋ। ਇਹ ਸਭ ਤੋਂ ਹੁਸ਼ਿਆਰ ਕੁੜੀ ਹੈ ਸਕੂਲ ਦੀ। ਬਾਕੀਆਂ ਭੈਣਾਂ ਨੂੰ ਕੀ ਹੋਇਆ? ਭੈਣੋ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਥੋੜੀ ਦੇਰ ਲਈ ਭੁੱਲ ਜਾਓ ਕਿ ਤੁਹਾਡੇ ਟੀਚਰ ਸਾਹਮਣੇ ਬੈਠੇ ਆ। ਤੁਸੀਂ ਇਹ ਬਸ ਸੋਚੋ ਕਿ ਸਾਡਾ ਵੀਰਾ ਆਇਆ, ਅਸੀਂ ਖੁੱਲ ਕੇ ਗੱਲਾਂ ਸੁਣਨੀਆਂ, ਖੁੱਲ ਕੇ ਕਰਨੀਆਂ, ਖੁੱਲ ਕੇ ਸਵਾਲ ਪੁੱਛਣੇ ਆ। ਹੋ ਸਕਦਾ ਜ਼ਿੰਦਗੀ 'ਚ ਇਹ ਦਿਨ ਦੁਬਾਰਾ ਨਾ ਆਵੇ। ਅੱਜ ਤੱਕ ਮੈਂ 450-500 ਸਕੂਲਾਂ ਦੇ ਵਿੱਚ ਗਿਆ ਔਰ ਦੂਜੀ ਵਾਰੀ ਕਿਸੇ ਸਕੂਲ 'ਚ ਨਹੀਂ ਗਿਆ, ਕਿਉਂਕਿ ਜ਼ਿੰਦਗੀ ਦਾ ਸਫ਼ਰ ਬਹੁਤ ਛੋਟਾ ਹੈ। ਇੱਕ ਵਾਰੀ ਮੈਂ ਇੱਕ ਸਕੂਲ ਦੇ ਵਿੱਚ ਗਿਆ ਤੇ ਮੈਨੂੰ ਇੱਕ ਟੀਚਰ ਉੱਠ ਕੇ ਕਹਿੰਦੇ ਕਿ ਬੇਟਾ ਤੇਰੀ ਕਿੰਨੀ ਉਮਰ ਹੈ? ਮੈਂ ਕਿਹਾ 22 ਸਾਲ। ਕਹਿੰਦੇ ਤੂੰ ਬੱਚਿਆਂ ਨਾਲ ਕਿਹੜੀਆਂ ਗੱਲਾਂ ਕਰੀ ਜਾਂਦਾ, ਮਰਨ ਮਰਾਉਣ ਦੀਆਂ, ਇਹ ਉਹ। ਮੈਂ ਕਿਹਾ ਤੁਹਾਡੀ ਉਮਰ ਕਿੰਨੀ ਆ? ਕਹਿੰਦੇ I am 42। ਮੈਂ ਕਿਹਾ ਤੁਹਾਡੀ 42 ਸਾਲ ਉਮਰ ਹੈ ਜੀ? ਕਹਿੰਦੇ ਹਾਂਜੀ। ਇਹਦੇ ਬੱਚਿਆਂ ਨੂੰ ਕਿੱਥੇ ਸਮਝ ਆਣੀ ਹੈ ਕਿ ਜੋ ਤੂੰ ਗੱਲਾਂ ਕਰਦਾ ਪਿਆ? ਮੈਂ ਕਿਹਾ ਤੁਹਾਨੂੰ ਆ ਗਈ? ਕਹਿੰਦੇ ਨਹੀਂ। ਜਿਨ੍ਹਾਂ ਦਾ ਆਲਰੇਡੀ ਟਾਈਮ ਲੰਘ ਚੁੱਕਾ, ਜਿਹੜੇ ਆਲਰੇਡੀ ਇਸ ਸਟੇਜ ਤੇ ਪਹੁੰਚ ਚੁੱਕੇ ਆ, ਜਿਹੜੇ ਨਾ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ, ਉਹਨਾਂ ਨੂੰ ਵੀ ਹੱਕ ਹੈਗਾ ਕਿ ਆਪਣੇ ਛੋਟਿਆਂ ਨੂੰ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ ਨਾਲ ਸਮਝਾ ਸਕਣ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਇਆ ਕੀ ਹੈ। ਘੁਮਿਆਰ ਪਤਾ ਕੀ ਹੁੰਦਾ ਤੁਹਾਨੂੰ? ਘੁਮਿਆਰ ਜਿਹੜੇ ਭਾਂਡੇ ਬਣਾਉਂਦਾ ਮਿੱਟੀ ਦੇ। ਜਦੋਂ ਇੱਕ ਮਿੱਟੀ ਦਾ ਭਾਂਡਾ ਭੈਣੋ ਬਣ ਰਿਹਾ ਹੁੰਦਾ, ਜਦੋਂ ਗਿੱਲਾ ਹੁੰਦਾ, ਉਹਦੀ ਸ਼ੇਪ ਖਰਾਬ ਹੋ ਜਾਵੇ, ਉਹਦਾ ਢਾਂਚਾ ਥੋੜਾ ਜਿਹਾ ਖਰਾਬ ਹੋ ਜਾਵੇ, ਘੁਮਿਆਰ ਠੀਕ ਕਰ ਸਕਦਾ? ਠੀਕ ਹੋ ਜਾਊਗਾ ਨਾ, ਗਿੱਲਾ ਭਾਂਡਾ ਠੀਕ ਕਰ ਦੂਗਾ। ਪਰ ਜੇ ਉਹ ਭਾਂਡਾ ਸੁੱਕ ਜਾਵੇ ਫਿਰ ਉਹਦਾ ਕੀ ਹੱਲ ਹੈ? ਟੁੱਟੂਗਾ। ਉਹ ਹੈ ਤੁਹਾਡੀ ਉਮਰ। ਇਹ ਉਮਰ ਦੇ ਵਿੱਚ ਜਦੋਂ ਤੁਸੀਂ ਲੰਘ ਰਹੇ ਹੋ, ਹੁਣ ਜਿਹੜੀ ਤੁਹਾਡੀ ਉਮਰ ਹੈ 8th 9th 10th +1 +2, ਇਹ ਜਾਂ ਜ਼ਿੰਦਗੀ ਬਦਲ ਦੂਗੀ ਜਾਂ ਜ਼ਿੰਦਗੀ ਪਲਟ ਦੂਗੀ। ਕਦੀ ਕਿਸੇ ਤੋਂ ਇਹ ਉਮੀਦ ਨਾ ਰੱਖਿਓ ਕਿ ਕੋਈ ਸ਼ਕਤੀਮਾਨ ਤੁਹਾਡੇ ਕੋਲ ਆਊਗਾ ਤੇ ਤੁਹਾਡੀ ਪ੍ਰੋਬਲਮ ਸੁਣ ਕੇ ਛੂ ਮੰਤਰ ਕਰ ਦੂਗਾ। ਇੱਥੇ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਸ਼ਕਤੀਮਾਨ ਆਪ ਬਣਨਾ ਪੈਂਦਾ। ਮੈਂ ਝੂਠੇ ਦਲਾਸੇ ਨਹੀਂ ਦਊਂਗਾ ਤੁਹਾਨੂੰ ਕਿ ਭੈਣੋ ਤੁਹਾਨੂੰ ਕਦੀ ਲੋੜ ਪਵੇ ਮੈਂ ਖੜਾ।
ਜੋ ਜ਼ਿੰਦਗੀ ਤੇ ਸੱਚਾਈ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਜਿਹੜੇ ਰਾਹ ਤੇ ਤੁਰ ਰਹੀ ਹਾਂ ਇਹਦਾ ਨੁਕਸਾਨ ਕੀ ਹੈ ਤੇ ਇਹਦਾ ਫਾਇਦਾ ਕੀ ਹੈ। ਮੈਂ ਸਿਰਫ ਤੁਹਾਨੂੰ ਇਹ ਨਹੀਂ ਸਮਝਾਉਂਗਾ ਕਿ ਭੈਣੋ ਆ ਗਲਤ ਹੈ ਇਦਾਂ ਨਾ ਕਰੋ, ਆ ਸਹੀ ਹੈ ਇਦਾਂ ਨਾ ਕਰੋ। ਮੈਂ ਸਿਰਫ ਇਹ ਸਮਝਾਉਂਗਾ ਕਿ ਆਹ ਰਸਤੇ ਤੇ ਤੁਰਨ ਨਾਲ ਰਿਜ਼ਲਟ ਆ ਹੈ, ਆਹ ਰਸਤੇ ਤੇ ਤੁਰਨ ਨਾਲ ਰਿਜ਼ਲਟ ਆ ਹੈ। ਕਿਉਂਕਿ ਅੱਜ ਕੱਲ ਜੋ ਹਾਲਾਤ ਸਾਨੂੰ ਦਿਖ ਰਹੇ ਆ, ਬੇਟੀ ਬਚਾਓ ਬੇਟੀ ਪੜਾਓ ਦਾ ਬੋਰਡ ਸਿਰਫ ਇੱਥੇ ਲੱਗਿਆ। ਆਪਾਂ ਦੇਖਦੇ ਨਾ ਰੋਡਾਂ ਤੇ ਕਾਫੀ ਜ਼ੋਰ ਲਾ ਰਹੀਆਂ ਸਰਕਾਰਾਂ ਕੋ, ਲੋਕੀ ਕਾਫੀ ਜ਼ੋਰ ਲਾ ਰਹੇ ਜੀ ਬੇਟੀ ਪੜਾਓ ਬੇਟੀ ਬਚਾਓ। ਤੁਹਾਨੂੰ ਕੀ ਲੱਗਦਾ ਕਿ ਬੇਟੀ ਬਚਾਓ ਬੇਟੀ ਪੜਾਓ ਅਸਲੀ ਦੇ ਵਿੱਚ ਕੌਣ ਲਾਗੂ ਕਰ ਸਕਦਾ? ਅਸਲ ਦੇ ਵਿੱਚ ਜਿਹੜਾ ਮਤਲਬ ਹੈ ਇਹਦਾ ਬੇਟੀ ਬਚਾਓ ਦਾ ਬੇਟੀ ਪੜਾਓ ਦਾ, ਇਹ ਸਰਕਾਰ ਨੇ ਕਿਉਂ ਲਿਆਂਦਾ? ਅੱਜ ਕਿਹੜੀ ਮੇਰੀ ਭੈਣ ਮੰਨਦੀ ਹੈ ਕਿ ਹਾਂ ਵੀਰੇ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਕੁੜੀਆਂ ਨੂੰ ਕੁੱਖਾਂ 'ਚ ਮਾਰਿਆ ਜਾਂਦਾ, ਕੁੜੀਆਂ ਨੂੰ ਮੁੰਡਿਆਂ ਨਾਲੋਂ ਘੱਟ ਸਮਝਿਆ ਜਾਂਦਾ? ਕਿਹੜੀ ਮੇਰੀ ਭੈਣ ਮੰਨਦੀ ਹੈ? ਹਜੇ ਵੀ ਉਹਦੇ ਦਿਲ 'ਚ ਗੱਲ ਹੈ ਕਿ ਵੀਰੇ ਗੱਲ ਸੱਚ ਹੈ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਦਿਲ 'ਚ ਆਪਣੇ ਕੋਈ ਸਵਾਲ ਨਾ ਰੱਖਿਓ। ਹੋ ਸਕਦਾ ਹੈ ਕਿ ਇਹ ਟਾਈਮ ਦੁਬਾਰਾ ਨਾ ਆਵੇ। ਜੇ ਅੱਜ ਹੈਗਾ ਤਾਂ ਦਿਲ ਖੋਲ ਕੇ ਗੱਲਾਂ ਕਰ ਲਓ। ਕੋਈ ਇਹਦੇ ਪੜ੍ਹਾਈ ਦੀ ਗੱਲ ਤਾਂ ਮੈਂ ਕਰੂੰਗਾ ਨਹੀਂ। ਔਰ ਜਿਹੜੇ ਪਫ ਤੁਹਾਡੇ ਸਜੇ ਹੋਏ ਆ, ਕੋਈ ਟਾਈਮ ਐਸਾ ਆਉਣਾ ਕਿ ਜਦੋਂ ਤੁਸੀਂ ਕਹਿਣਾ ਕਿ ਹੁਣ ਪਫ ਸਜਾ ਲਾਂ, ਤੇ ਪਫ ਸਜਾਉਣ ਨੂੰ ਦਿਲ ਨਹੀਂ ਕਰਨਾ। ਕਿਉਂਕਿ ਜਦੋਂ ਜਿਹੜੇ ਬੰਦੇ ਦੀ ਉਮਰ ਹੁੰਦੀ ਹੈ ਉਦੋਂ ਉਹ ਕੰਮ ਨਹੀਂ ਕਰਦਾ। ਉਮਰ ਨਾਲੋਂ ਵੱਡੇ ਹੋਣ ਦੀ ਅੱਜ ਕੱਲ੍ਹ ਸਾਰਿਆਂ ਨੂੰ ਆਦਤ ਹੈ। ਮੇਰੀ 22 ਸਾਲ ਉਮਰ ਹੈ, ਮੈਂ ਕਹਿੰਦਾ ਮੈਂ ਉਮਰ ਫਟਾਫਟ 25 ਦਾ ਹੋ ਜਾ। ਤੁਹਾਡੀ 12 ਸਾਲ ਉਮਰ ਹੈ, ਤੁਸੀਂ ਫਟਾਫਟ ਕਹਿੰਦੇ ਹੋ ਹਾਏ ਅਸੀਂ ਫਟਾਫਟ ਵੱਡੇ ਹੋ ਜਾਈਏ। ਅਸੀਂ ਵਾਲਾਂ ਦੇ ਮਗਰ ਜ਼ਿਆਦਾ ਪੈ ਗਏ, ਪਹੁੰਚੇ ਦੇਖਣ ਲੱਗੇ ਸਲਵਾਰਾਂ ਦੇ ਕਿ ਅੱਜ ਕੱਲ੍ਹ ਆਹ ਟ੍ਰੈਂਡ ਚੱਲ ਰਿਹਾ, ਏਦਾਂ ਕਰ ਲਈਏ। ਆਏ ਨਹੀਂ ਉਹਦੀ ਗੁੱਤ ਕਿੰਨੀ ਸੋਹਣੀ ਹੈ, ਮੇਰੀ ਕਿਉਂ ਨਹੀਂ ਹੈ ਨਹੀਂ, ਮੈਂ ਮੇਕਅਪ ਕਰ ਲਾ ਉਹਨੇ ਨਹੀਂ ਕੀਤਾ। ਅਸੀਂ ਇਹਨਾਂ 'ਚ ਉਲਝੇ ਰਹਿ ਗਏ। ਕਿਹੜੀ ਮੇਰੀ ਦੀਦੀ ਮੰਨਦੀ ਹੈ ਕਿ ਵੀਰੇ ਹਜੇ ਵੀ ਕੁੜੀਆਂ ਨੂੰ ਭੁੱਖ 'ਚ ਮਾਰਿਆ ਜਾਂਦਾ? ਅੱਛਾ ਭੈਣੇ ਖੜੇ ਹੋ ਜਾਓ, ਕਿਉਂ ਮਾਰਿਆ ਜਾਂਦਾ? ਪਹਿਲਾ ਕਾਰਨ ਕੁੜੀਆਂ ਨੂੰ ਇੱਕ ਤਾਂ ਮੁੰਡਿਆਂ ਤੋਂ ਘੱਟ ਸਮਝਿਆ ਜਾਂਦਾ ਵਾ। ਕਿਉਂ ਸਮਝਿਆ ਜਾਂਦਾ? ਕਿਉਂਕਿ ਕੁੜੀਆਂ ਨੂੰ ਵੱਡੇ ਹੋ ਕੇ ਪਹਿਲਾਂ ਉਹਨਾਂ ਨੂੰ ਪੜ੍ਹਾਉਣਾ ਪੈਂਦਾ, ਫਿਰ ਉਹਨਾਂ ਨੇ ਵਿਆਹ ਉੱਤੇ ਵੀ ਉਹਨਾਂ ਦੇ ਪੈਸੇ ਖਰਚਣੇ ਪੈਂਦੇ ਨੇ। ਪੜ੍ਹਾਉਣਾ ਤਾਂ ਮੁੰਡਿਆਂ ਨੂੰ ਵੀ ਪੈਂਦਾ। ਤੁਹਾਡੇ ਕਿੰਨੇ ਹੱਥ ਹੈ? ਮੇਰੇ ਕਿੰਨੇ ਆ? ਕਿੰਨੀਆਂ ਅੱਖਾਂ ਤੁਹਾਡੀਆਂ? ਮੇਰੇ ਕਿੰਨੀਆਂ? ਗੱਲ ਤਾਂ ਸੇਮ ਹੈ ਸਾਰੀ, ਕੁੜੀਆਂ ਮੁੰਡਿਆਂ ਦੀ। ਫਿਰ ਫਰਕ ਕਿੱਥੇ? ਹਾਂਜੀ ਵੀਰੇ ਅੱਜ ਦੇ ਟਾਈਮ 'ਚ ਫਰਕ ਪੜ੍ਹਾਈ 'ਚ ਨਹੀਂ ਹੈਗਾ। ਅੱਜ ਜਿਵੇਂ ਤੁਹਾਡੀ ਵੀਡੀਓ 'ਚ ਮੈਂ ਦੇਖਿਆ ਸੀ, ਤੁਸੀਂ ਕਿਹਾ ਸੀ ਕਿ ਅੱਜ ਕੱਲ੍ਹ ਜੋ ਬਲਾਤਕਾਰ ਦਾ ਟਾਈਮ ਚੱਲ ਰਿਹਾ ਉਸ ਕਰਕੇ ਅੱਜ ਘਰ ਦੇ ਕੁੜੀਆਂ ਨੂੰ ਆਪਣੇ ਕੁੱਖਾਂ 'ਚ ਮਾਰਦੇ। ਓਏ ਹੋਏ ਭੈਣੇ ਤੂੰ ਬਹੁਤ ਇੰਪ੍ਰੈਸ ਆ ਮੇਰੇ ਤੋਂ ਨਾ, ਬਹੁਤ ਜ਼ਿਆਦਾ ਤੂੰ ਫੋਲੋ ਕਰਦੀ ਹੈ। ਕੋਈ ਵੀਡੀਓ ਛੱਡੀ ਤਾਂ ਨਹੀਂ ਨਾ? ਵਾਹਿਗੁਰੂ। ਇਹਦੇ ਪੜ੍ਹਾਈ 'ਚ ਕਿੱਦਾਂ ਹੈ ਕੁੜੀ? ਕੱਲ ਨੂੰ ਕਿਤੇ ਟੀਚਰ ਆ ਕਹਿਣਾ ਉਠਾਓ ਅਨਮੋਲ ਦੀ ਭੈਣ ਨੂੰ ਉਠਾਓ, ਇਹ ਜ਼ਿਆਦਾ ਅਨਮੋਲ ਵਗੈਰਾ ਲਿਖੀ ਸੀ। ਬਹੁਤ ਕੁਝ ਭਰਿਆ ਹੋਇਆ ਤੇਰੇ ਅੰਦਰ। ਕਿੰਨੀ ਉਮਰ ਤੇਰੀ? ਵਾਹਿਗੁਰੂ। ਇਹਦੀਆਂ ਫਰੈਂਡਸ ਖੁਸ਼ ਨਸੀਬ ਹੈ ਕਿ ਇਹਦੇ ਨਾਲ ਰਹਿੰਦੀਆਂ। ਉਹ ਇੰਨੀ ਕਿ ਟ੍ਰੇਨਡ ਹੋ ਚੁੱਕਿਆ, ਉਹਦਾ ਦਿਮਾਗ ਮੈਂ ਦੇਖ ਲਓ ਉਹਨੂੰ ਪਹਿਲੀ ਵਾਰੀ ਮਿਲਿਆ, ਪਰ ਮੈਂ ਉਹਦੀ ਐਕਸਾਈਟਮੈਂਟ ਦੇ ਵਿੱਚ ਦੱਸਤਾ ਕਿ ਉਹ ਕਿੰਨੀ ਦੇਰ ਤੋਂ ਵੀਡੀਓ ਸੁਣ ਰਹੀ ਹੋਣੀ। ਔਰ ਉਹਨੇ ਕਾਰਨ ਜਿਹੜਾ ਦਿੱਤਾ ਉਹ ਮੇਰੇ 15 ਮਿੰਟ ਦੀ ਸਪੀਚ ਘਟਾਤੀ ਉਹਨੇ। 15 ਮਿੰਟ ਦੀ ਸਪੀਚ ਘਟਾਤੀ ਉਹਨੇ ਮੇਰੇ ਇੱਕ ਕਾਰਨ ਦੇਣਾ, ਕਿਉਂਕਿ ਉਹਨੇ ਮੇਰੀ ਵੀਡੀਓਜ਼ ਦੇਖੀਆਂ ਸੀ। ਔਰ ਜਦੋਂ ਭੈਣੋਂ ਮੈਂ ਸਕੂਲ 'ਚ ਸਟਾਰਟਿੰਗ ਜਾਣਾ ਸ਼ੁਰੂ ਕੀਤਾ ਸੀ ਨਾ, ਸਕੂਲਾਂ ਦੇ ਵਿੱਚ ਮੈਨੂੰ ਕੋਈ ਜਾਣਦਾ ਸੀ, ਤਾਂ ਮੈਂ 2-2 ਘੰਟੇ ਲਾ ਕੇ ਉਹਨਾਂ ਨੂੰ ਸਮਝਾਉਣਾ। ਜਦੋਂ ਮੈਂ ਅੱਜ ਆਇਆ ਤੇ ਉਹ ਭੈਣ ਨੇ ਦੱਸਿਆ ਕਿ ਵੀਰੇ ਮੈਂ ਤੁਹਾਡੀ ਆਲਰੇਡੀ ਵੀਡੀਓਜ਼ ਦੇਖਦੀ ਹਾਂ, ਤਾਂ ਉਹਦੇ 'ਚ ਵੀ ਮੇਰਾ ਇਹੀ ਕੁਛ ਚੱਲਦਾ। ਤਾਂ ਦੋਨਾਂ ਦੀਦੀਆਂ ਨੇ ਬੜਾ ਵਧੀਆ ਕਾਰਨ ਦਿੱਤਾ। ਇੱਕ ਦੀਦੀ ਨੇ ਦਿੱਤਾ ਕਿ ਵੀਰੇ ਜਦੋਂ ਵਿਆਹ ਹੁੰਦਾ ਤਾਂ ਕੁੜੀਆਂ ਦੇ ਵਿਆਹ ਤੇ ਉਹਨਾਂ ਨੂੰ ਪੈਸਾ ਲਾਉਣਾ ਪੈਂਦਾ, ਕੁੜੀਆਂ ਨੂੰ ਪੈਸਾ ਲਾਉਣਾ ਪੈਂਦਾ। ਬੈਠੋ ਭੈਣੇ ਧੁੱਪ ਵਾਲੀ ਕੁੜੀਆਂ ਉੱਧਰ ਆ ਜਾਣ, ਜਿਹਨਾਂ ਨੂੰ ਧੁੱਪ ਲੱਗਦੀ ਨਾ ਉੱਧਰੋਂ ਪਿੱਛੇ ਆਪ ਹੀ ਇੱਕ ਕਰਕੇ ਉੱਠ ਕੇ ਜਾਈ ਜਾਣ, ਠੀਕ ਹੈ, ਵਿੱਚ ਨਾ ਮਤਲਬ ਹੋਣ। ਬੈਠੋ ਬੇਟਾ। ਭੈਣਾ ਬਹੁਤ ਵਧੀਆ ਕਾਰਨ ਦਿੱਤਾ ਇਹਨਾਂ ਨੇ। ਇੱਕ ਦੀਦੀ ਨੇ ਤਾਂ ਦਿੱਤਾ ਕਿ ਅੱਜ ਕੱਲ ਦੇ ਮਾਂ-ਬਾਪ 3 ਕਾਰਨ ਹੁੰਦੇ ਭੈਣੋਂ ਕੁੜੀਆਂ ਨੂੰ ਕੁੱਖਾਂ 'ਚ ਮਾਰਨ ਦੇ। ਪਹਿਲਾ ਕਾਰਨ ਕਿ ਦਹੇਜ ਦੇਣਾ ਪੈਂਦਾ, ਉਹਨੂੰ ਵਿਆਹ ਕਰਨਾ ਪੈਂਦਾ। ਬਸ਼ਰਮ ਮੁੰਡੇ ਜਿਹੜੇ ਦਹੇਜ ਲੈਂਦੇ ਆ, ਉਹ ਬਸ਼ਰਮ ਮਾਂ-ਬਾਪ ਜਿਹੜੇ ਆਪਣੇ ਬੱਚੇ ਨੂੰ ਕਹਿੰਦੇ ਆ ਕਿ ਅਸੀਂ ਦਹੇਜ ਜ਼ਰੂਰ ਲਵਾਂਗੇ। ਦੂਜਾ ਕਾਰਨ ਕੁੜੀਆਂ ਨੂੰ ਕੁੱਖਾਂ ਦਾ ਮਾਰਨ 'ਚ ਕਿ ਲੋਕ ਦਾਗ ਤੋਂ ਡਰਦੇ ਆ ਕਿ ਸਾਡੀ ਕੁੜੀ ਇਹ ਕੰਮ ਨਾ ਕਰ ਦੇਵੇ, ਸਾਡੀ ਕੁੜੀ ਇਹ ਕੰਮ ਨਾ ਕਰ ਦੇਵੇ। ਪਰ ਮੁੰਡਿਆਂ ਦੇ ਵਿੱਚ ਉਲਟ ਹੈ। ਕਦੀ ਰੋਡ ਤੇ ਤੁਸੀਂ 2-3 ਮੁੰਡਿਆਂ ਨੂੰ ਮੋਟਰਸਾਈਕਲ ਤੇ ਕਿਸੇ ਕੁੜੀ ਨੂੰ ਤੰਗ ਕਰਦੇ ਹੋਏ ਦੇਖਿਆ? ਦੇਖਿਆ, ਸਾਰਿਆਂ ਨੇ ਦੇਖਿਆ, ਇੰਨਾ ਕਾਮਨ। ਅੱਛਾ ਕੋਈ ਐਕਟਿਵਾ ਤੇ ਕੁੜੀ ਹੋਵੇ ਕਿਸੇ ਮੁੰਡੇ ਨੂੰ ਤੰਗ ਕਰ ਰਹੀ ਹੋਵੇ, ਇਹ ਕੀ ਗੱਲ ਹੈ? ਕੰਮ ਤਾਂ ਦੋਨੋਂ ਬਰਾਬਰ ਹੈ, ਫਿਰ ਦੋਨਾਂ ਨੇ ਕਿਉਂ ਨਹੀਂ ਦੇਖਿਆ? ਜਦ ਕੁੜੀ ਮੁੰਡਿਆਂ 'ਚ ਕੋਈ ਫਰਕ ਨਹੀਂ, ਅਸੀਂ ਆਪ ਕਹਿੰਦੇ ਹਾਂ। ਪਰ ਜਦੋਂ ਇੱਕ ਮੁੰਡਾ ਮੋਟਰਸਾਈਕਲ ਤੇ ਕਿਸੇ ਕੁੜੀ ਨੂੰ ਤੰਗ ਕਰ ਰਿਹਾ ਤਾਂ ਉਹਦੇ ਘਰ ਕੰਪਲੇਂਟ ਜਾਂਦੀ ਹੈ, ਘਰ ਦੇ ਕੀ ਕਹਿੰਦੇ ਆ? ਸ਼ਾਬਾਸ਼ ਸ਼ੇਰਾ, ਸਾਡਾ ਮੁੰਡਾ ਜਵਾਨ ਹੋ ਗਿਆ ਜੀ, ਪਿੰਡ 'ਚ ਕੰਪਲੇਂਟ ਆਣੀ ਸ਼ੁਰੂ ਹੋ ਗਈ। ਪਰ ਜਦੋਂ ਕੁੜੀ ਕੰਮ ਕਰੇ, ਹਾਏ ਨਹੀਂ ਹਾਏ ਮੈਂ ਲੁੱਟੀ ਗਈ। ਭੈਣੋ ਸਹੀ ਗੱਲ ਹੈ ਨਾ? ਤੇ ਸੋਚ 'ਚ ਫਰਕ ਕਿੱਥੇ ਹੈ?
ਅੱਛਾ ਤੁਹਾਡੇ ਸਕੂਲ ਦੇ ਵਿੱਚ ਕਿੰਨੇ ਟੀਚਰ ਹੈ ਟੋਟਲ ਆਈਡੀਆ 52 ਵਿੱਚੋਂ ਸਰ ਕਿੰਨੇ ਆ 3 4 मतलब एक पासे 46 मैडम 4 सर ਤੇ ਜੇ ਤੁਹਾਡੀ 46 ਮੈਡਮਾਂ ਦੇ ਮਾਪੇ ਨੇ ਵੀ ਸੋਚਿਆ ਹੁੰਦਾ ਕਿ ਨਹੀਂ ਨਹੀਂ ਕੁੜੀ ਨਹੀਂ ਹੋਣੀ ਚਾਹੀਦੀ, ਵੱਡੇ ਹੋ ਕੇ ਇਹਨਾਂ ਦਾ ਵਿਆਹ ਕੌਣ ਕਰੂਗਾ, ਵੱਡੇ ਹੋ ਕੇ ਇਹਨਾਂ ਨੂੰ ਪੜਾਊਗਾ ਕੌਣ, ਤਾਂ ਤੁਹਾਨੂੰ ਸਕੂਲ 'ਚ ਕੌਣ ਪੜਾਉਂਦਾ ਹੁੰਦਾ। ਇਹ ਮੈਂ ਤੁਹਾਡੇ ਨਾਲ ਗੱਲਾਂ ਤਾਂ ਕਰ ਰਿਹਾ, ਇੰਨੀ ਅਕਲ ਨਾ ਉਹਨਾਂ ਨੂੰ ਨਹੀਂ ਹੈਗੀ ਜਿਹੜੇ ਹਜੇ ਵੀ ਕੁੜੀ ਮੁੰਡਿਆਂ ਨੂੰ ਘੱਟ ਸਮਝਦੇ, ਕੁੜੀਆਂ ਨੂੰ ਘੱਟ ਸਮਝਦੇ। ਤੁਹਾਡੇ ਟੀਚਰਸ ਦੇ ਮਾਪੇ ਨੇ ਸੋਚਿਆ ਹੋਊਗਾ ਕਿ ਕੁੜੀ ਹੋ ਗਈ ਹੁਣ ਇਹਨਾਂ ਨੂੰ ਕੌਣ ਪੜਾਊਗਾ। ਇਹਨਾਂ ਦੇ ਮਾਪੇ ਨੂੰ ਦਹੇਜ ਦੀ ਟੈਨਸ਼ਨ ਹੋਈ ਹੋਊਗੀ, ਕਿਉਂ ਨਹੀਂ ਹੋਈ ਹੋਊਗੀ। ਅੱਛਾ ਚਲੋ ਜੇ ਆਪਾਂ ਕੁੜੀਆਂ ਨੂੰ ਕੁੱਖਾਂ 'ਚ ਮਾਰਨਾ ਬੰਦ ਕਰਨਾ ਹੋਵੇ, ਕਿ ਆਪਾਂ ਚਾਹੁੰਦੇ ਹਾਂ ਕਿ ਸਾਰੇ ਮਾਂ-ਬਾਪ ਦੀ ਸੋਚ ਵਧੀਆ ਹੋ ਜਾਵੇ ਤੇ ਕੁੜੀਆਂ ਨੂੰ ਕੁੱਖਾਂ 'ਚ ਮਾਰਨਾ ਬੰਦ ਕਰ ਦਿੱਤਾ ਜਾਵੇ, ਇਹਦੇ ਲਈ ਅਸੀਂ ਕੀ ਕਰ ਸਕਦੇ? ਇੱਕ ਤੁਹਾਨੂੰ ਪੰਜਾਬੀ 'ਚ ਗੱਲ ਦੱਸਾਂ, ਇਹ ਦੁਨੀਆ ਬਹੁਤ ਮਤਲਬੀ ਹੈ। ਹਰ ਇੱਕ ਇਨਸਾਨ, ਇੱਥੇ ਮੁੰਡੇ ਵੀ ਰੱਬ ਕੋਲੋਂ ਲੋਕੀ ਤਾਂ ਮੰਗਦੇ ਆ ਕਿ ਵਿਆਹ ਤੋਂ ਬਾਅਦ ਕੁੜੀਆਂ ਨੇ ਦੂਜੇ ਘਰ ਚੱਲ ਜਾਣਾ ਤੇ ਮਾਪੇ ਬੁੱਢੇ ਮਾਪੇ ਨੂੰ ਸਾਂਭੂਗਾ ਕੌਣ? ਮੁੰਡੇ। ਮਤਲਬ ਨਿਕਲਦਾ ਕਿਤੇ ਨਾ ਕਿਤੇ। ਇਹ ਮਤਲਬ ਤੁਸੀਂ ਦੂਰ ਪਤਾ ਕਿੱਦਾਂ ਕਰਨਾ? ਤੁਸੀਂ ਜਿੰਨਾ ਮਰਜ਼ੀ ਚੀਕ ਕੇ ਦੱਸੀ ਜਾਓ ਲੋਕਾਂ ਨੂੰ ਕਿ ਨਹੀਂ ਮੈਂ ਸਹੀ ਹਾਂ, ਮੈਂ ਸਹੀ ਹਾਂ, ਮੈਂ ਸਹੀ ਹਾਂ, ਮੈਂ ਸਹੀ ਹਾਂ, ਨਹੀਂ ਮੰਨਣਾ। ਕਿੱਦਾਂ ਮੰਨਣਗੇ? ਤੁਸੀਂ ਆਪਣੇ ਟੀਚਰ ਨੂੰ ਕਹਿ ਰਹੇ ਹੋ ਕਿ ਮੈਂ ਸਾਰਾ ਪੇਪਰ, ਮੈਂ ਟੀਚਰ ਨੇ ਤੁਹਾਨੂੰ ਕੋਈ ਹੋਮਵਰਕ ਦਿੱਤਾ ਤੇ ਸਾਰੇ ਬੱਚਿਆਂ ਨੇ ਕਿਹਾ ਜੀ ਮੈਂ ਪੂਰਾ ਰੱਟ ਕੇ ਆਈ ਹਾਂ ਜੀ, ਮੈਨੂੰ ਸਾਰਾ ਕੁਝ ਆਉਂਦਾ, ਸਾਰਾ ਕੁਝ ਆਉਂਦਾ, ਸਾਰਾ ਕੁਝ ਆਉਂਦਾ। ਸਾਬਤ ਕਿੱਦਾਂ ਹੋਊਗਾ? ਟੈਸਟ ਦੇ ਕੇ। ਕਿਆ ਬਾਤ, ਟੈਸਟ ਦੇ ਕੇ। ਇਹੀ ਦੁਨੀਆ। ਜਿੰਨਾ ਮਰਜ਼ੀ ਤੁਸੀਂ ਕਿਸੇ ਨੂੰ ਚੀਕ ਲਓ ਕਿ ਵੀਰੇ ਅਸੀਂ ਸੁਧਾਰ ਚਾਹੁੰਦੇ ਹਾਂ, ਅਸੀਂ ਜ਼ਿੰਦਗੀ 'ਚ ਕੁਝ ਕਰਨਾ ਚਾਹੁੰਦੇ ਹਾਂ, ਤੁਹਾਡੇ ਬੋਲਣ ਨਾਲ ਕੁਝ ਨਹੀਂ ਹੋਣਾ, ਤੁਹਾਨੂੰ ਕਰਕੇ ਦਿਖਾਉਣਾ ਪੈਣਾ। ਭਾਵੇਂ ਤੁਹਾਡੇ ਮਾਂ-ਬਾਪ ਹੈ, ਭਾਵੇਂ ਤੁਹਾਡੇ ਟੀਚਰਸ ਹੈ, ਭਾਵੇਂ ਤੁਹਾਡੇ ਦੋਸਤ ਹੈ, ਭਾਵੇਂ ਤੁਹਾਡੇ ਗੁਆਂਢੀ ਹੈ। ਕਿਉਂਕਿ ਜੇ ਕੁੜੀਆਂ 'ਚ ਕੁੱਖਾਂ 'ਚ ਮਾਰਨ ਨੂੰ ਜੇ ਕੋਈ ਭੈਣੋਂ ਬਚਾ ਸਕਦਾ, ਨਾ ਉਹ ਰੱਬ ਬਚਾ ਸਕਦਾ, ਨਾ ਉਹ ਮੰਤਰੀ ਬਚਾ ਸਕਦੇ, ਨਾ ਮੈਂ ਬਚਾ ਸਕਦਾ, ਨਾ ਤੁਹਾਡੇ ਮਾਂ-ਬਾਪ ਬਚਾ ਸਕਦੇ। ਬਚਾ ਸਕਦੇ ਸਿਰਫ ਕੌਣ? ਤੁਸੀਂ। ਜੇ ਅੱਜ ਇੱਕ ਮਹੱਲੇ ਦੇ ਵਿੱਚ ਕੋਈ ਕੁੜੀ ਐਸਾ ਕੰਮ ਕਰ ਦਿੰਦੀ ਹੈ ਕਿ ਪੂਰਾ ਮਹੱਲਾ ਕਹਿੰਦਾ ਕਿ ਦੇਖ ਉਹਦੀ ਫਲਾਣੀ ਕੁੜੀ ਨੇ ਉਹਨਾਂ ਦੀ ਇੱਜ਼ਤ ਖਰਾਬ ਕਰਤੀ, ਉਹਨਾਂ ਦੀ ਇੱਜ਼ਤ ਖਰਾਬ ਕਰਤੀ, ਪਰ ਉਹੀ ਬਸ਼ਰਮ ਮਹੱਲੇ ਦੇ ਵਿੱਚ ਬਹੁਤ ਘੱਟ ਲੋਕ ਹੋਣਗੇ ਜਿਹੜੇ ਉਹੀ ਕੁੜੀ ਨੂੰ ਮੈਡਲ ਆਉਣ ਤੇ ਕਹਿਣਗੇ ਕਿ ਸਰਬਜੀਤ ਕੌਰ ਨੇ ਮੈਡਲ ਲਿਆਂਦਾ ਕਿ ਹੁਣ ਇਹਦਾ ਪਿੰਡ 'ਚ ਸਵਾਗਤ ਕਰੋ। ਇਹ ਦੁਨੀਆ ਦਾ ਦਸਤੂਰ ਹੈ। ਚੰਗੀ ਚੀਜ਼ ਘੱਟ ਦੇਖੀ ਜਾਂਦੀ, ਮਾੜੀ ਜ਼ਿਆਦਾ। ਔਰ ਤੁਸੀਂ ਕਿੰਨੇ ਖੁਸ਼ ਨਸੀਬ ਹੋ ਕਿ ਤੁਹਾਨੂੰ ਪਤਾ ਵੀ ਕਿ ਕੁੜੀਆਂ ਨੂੰ ਕੁੱਖਾਂ 'ਚ ਮਾਰਿਆ ਜਾਂਦਾ ਹੈ, ਫਿਰ ਵੀ ਤੁਹਾਡੇ ਮਾਪੇ ਤੁਹਾਨੂੰ ਇਸ ਦੁਨੀਆ ਦੇ ਵਿੱਚ ਲੈ ਕੇ ਆਏ ਆ। ਤੁਹਾਡੇ ਕਿੰਨੇ ਮਾਪੇ ਰੱਬ ਹੈ? ਤੁਹਾਨੂੰ ਇਹ ਗੱਲ ਪਤਾ ਹੈ ਕਿ ਕੁੜੀਆਂ ਨੂੰ ਕੁੱਖਾਂ 'ਚ ਮਾਰਿਆ ਜਾਂਦਾ? ਤੁਹਾਡੇ ਮਾਪੇ ਤੁਹਾਨੂੰ ਦੁਨੀਆ 'ਚ ਲੈ ਕੇ ਆਏ, ਤੁਹਾਨੂੰ ਕਿੰਨਾ ਪਿਆਰ ਕਰਦੇ ਆ। ਔਰ ਜਦੋਂ ਉਹਨਾਂ ਨੂੰ ਪਤਾ ਲੱਗਣਾ ਕਿ ਉਹਨਾਂ ਦੀ ਬੇਟੀ ਉਹਨਾਂ ਨੂੰ ਝੂਠ ਬੋਲ ਰਹੀ ਹੈ, ਕਹਿ ਕੇ ਸਕੂਲ ਜਾ ਕੇ ਤੇ ਹੋਰ ਰਹੀ ਹੈ, ਉਹਨਾਂ ਦੇ ਦਿਲ ਤੇ ਕੀ ਬੀਤੂਗੀ? ਉਹਨਾਂ ਨੂੰ ਲੱਗੂਗਾ ਕਿ ਮੇਰੀ ਬੇਟੀ ਨੂੰ ਤਾਂ ਵਿਚਾਰੀ ਨੂੰ ਕੁਝ ਪਤਾ ਹੀ ਨਹੀਂ ਸੀ, ਔਰ ਉਹਨਾਂ ਦੀ ਬੇਟੀ ਉਹਨਾਂ ਨਾਲ ਚਲਾਕੀਆਂ ਕਰ ਰਹੀ। ਉਹਨਾਂ ਦੇ ਦਿਲ ਤੇ ਕੀ ਬੀਤੂਗੀ? ਜ਼ਿੰਦਗੀ 'ਚ ਤੁਸੀਂ ਕੁਝ ਬਣੋਗੇ ਕਿ ਨਹੀਂ ਬਣੋਗੇ ਮੈਨੂੰ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ ਕਿ ਕਿਸੇ ਹੋਰ ਦੀ ਕੁੜੀ ਦਾ ਕੁੱਖ 'ਚ ਮਰਨ ਦਾ ਕਾਰਨ ਨਾ ਬਣੇ। ਸਮਝ ਲੱਗੀ ਗੱਲ ਮੇਰੀ? ਜ਼ਿੰਦਗੀ 'ਚ ਕੁਝ ਬਣੀਓ ਨਾ ਬਣੀਓ ਨਹੀਂ ਪਤਾ ਮੈਨੂੰ, ਪਰ ਕਿਸੇ ਹੋਰ ਜੇ ਕੁੜੀ ਨੂੰ ਕੁੱਖ 'ਚ ਮਾਰਿਆ ਜਾ ਰਿਹਾ ਉਹਦਾ ਕਾਰਨ ਨਾ ਤੁਸੀਂ ਬਣਦੇ ਹੋ ਕਿ ਤੁਹਾਨੂੰ ਦੇਖ ਕੇ ਕਿਹਾ ਜਾਵੇ ਕਿ ਯਾਰ ਇਸ ਤੋਂ ਵਧੀਆ ਤਾਂ ਧੀ ਹੁੰਦੀ ਨਾ। ਜੇ ਮੈਂ ਆਪਣੀ ਗੱਲ ਕਰਾਂ, ਮੈਂ ਇਸ ਦੀਦੀ ਨੂੰ ਦੇਖਿਆ, ਇਹ ਦੇਖੋ ਦੀਦੀ ਨੂੰ ਮੈਂ ਦੇਖਿਆ ਕਿ ਇੰਨੇ ਚੰਗੇ ਸੰਸਕਾਰ ਉਹਦੇ ਅੰਦਰ, ਇੰਨਾ ਕੁਝ ਭਰਿਆ ਹੋਇਆ। ਉਹਨੂੰ ਦੇਖ ਕੇ ਜਿੰਨੇ ਵੀ ਸਾਡੇ ਨਾਲ ਗੈਸਟ ਆਏ ਉਹਨਾਂ ਨੇ ਵੀ ਸੋਚਿਆ ਹੋਣਾ ਕਿ ਬੇਟੀ ਹੋਵੇ ਤਾਂ ਘਰ ਏਦਾਂ ਦੀ ਹੋਵੇ, ਬੇਟੀ ਹੋਵੇ ਤਾਂ ਏਦਾਂ ਦੀ ਹੋਵੇ, ਨਹੀਂ ਤਾਂ ਨਾ ਹੋਵੇ। ਇਹੀ ਬੇਟੀ ਦੀ ਇਹਨੇ ਬਦਤਮੀਜ਼ੀ ਕੀਤੀ ਹੁੰਦੀ ਜਾਂ ਇਹਨੇ ਕੋਈ ਐਸਾ ਕੰਮ ਕੀਤਾ ਹੁੰਦਾ ਕਿ ਸਾਰੇ ਥੂ ਕਰਦੇ, ਤਾਂ ਇਹਨੂੰ ਦੇਖ ਕੇ ਕੀ ਸੋਚਣਾ ਸੀ ਕਿ ਵਧੀਆ ਸਾਡੀ ਬੇਟੀ ਹੈ ਨਹੀਂ, ਕਿ ਸਾਡੀ ਬੇਟੀ ਨਾ ਹੋਵੇ। ਤਾਂ ਤੁਸੀਂ ਦੋਨਾਂ ਚੋਂ ਕੀ ਬਣਨਾ? ਕੀ ਬਣਨਾ ਦੋਨਾਂ ਚੋਂ? ਵਧੀਆ ਬੇਟੀ। ਆਪਣੇ ਘਰ ਦੇ ਹਾਲਾਤ ਤੁਹਾਨੂੰ ਜ਼ਿਆਦਾ ਪਤਾ। ਸ਼ਾਇਦ ਕਈ ਬੱਚੇ ਇੱਥੇ ਐਸੇ ਵੀ ਬੈਠੇ ਹੋਣਗੇ ਜਿਨ੍ਹਾਂ ਕੋਲ ਆਪਣੇ ਸਕੂਲ ਡਰੈਸ ਲਈ ਪੈਸੇ ਨਹੀਂ ਹੋਣਗੇ, ਉਹਨਾਂ ਕੋਲ ਆਪਣੇ ਸ਼ੂਜ਼ ਲਈ ਪੈਸੇ ਨਹੀਂ ਹੋਣਗੇ, ਉਹਨਾਂ ਦੇ ਘਰ ਦੇ ਹਾਲਾਤ ਐਸੇ ਹੋਣਗੇ, ਕਈ ਵਾਰ ਦਿਨ ਦੇ ਵਿੱਚ ਘਰ ਰਾਸ਼ਨ ਨਾ ਆਇਆ ਹੋਵੇ। ਤੁਹਾਡੇ ਵਿੱਚ ਐਸੇ ਕੋਈ ਦੋਸਤ ਬੈਠੇ ਆ, ਮੈਂ ਐਸੇ ਬੱਚੇ ਨੂੰ ਹੱਥ ਖੜਾ ਕਰਨ ਨੂੰ ਕਹੂੰਗਾ ਜਿਨ੍ਹਾਂ ਦੇ ਘਰੇ ਵੀ ਫਾਈਨੈਂਸ਼ੀਅਲ ਪ੍ਰੋਬਲਮ, ਪੈਸੇ ਦੀ ਦਿੱਕਤ ਰਹਿੰਦੀ ਆ, ਪਰ ਤੁਹਾਨੂੰ ਆਪਸ 'ਚ ਆਪਣੇ ਦੋਸਤਾਂ ਦਾ ਪਤਾ ਹੀ ਹੁੰਦਾ। ਤੁਹਾਨੂੰ ਲੱਗਦਾ ਕਿ ਤੁਹਾਡੇ ਵਿਚਕਾਰ ਐਸੇ ਬੱਚੇ ਬੈਠੇ ਆ
ਜਿਨ੍ਹਾਂ ਨੂੰ ਕਈ ਵਾਰ ਪੜ੍ਹਾਈ ਤੋਂ ਹਟਣੋਂ ਸ਼ਾਇਦ ਹਟਾ ਲਿੱਤਾ ਹੋਵੇ ਪੈਸੇ ਕਰਕੇ। ਕੌਣ ਕੌਣ ਮੰਨਦਾ ਕਿ ਵੀਰੇ ਇਦਾਂ ਦੇ ਬੱਚੇ ਹੈਗੇ ਵਿੱਚ, ਇਦਾਂ ਦੇ ਬੱਚੇ ਹੈਗੇ ਵਿੱਚ ਜਿਨ੍ਹਾਂ ਦੇ ਘਰ ਪੈਸਿਆਂ ਦੀ ਦਿੱਕਤ ਆਉਂਦੀ ਹੈ ਔਰ ਘਰ ਦੇ ਕਹਿੰਦੇ ਕਿ ਨਹੀਂ ਇਹਦੀ ਪੜ੍ਹਾਈ ਛਡਾ ਲਾ। ਹੁਣ ਕਿੰਨੀਆਂ ਮੇਰੀਆਂ ਭੈਣਾਂ ਨੂੰ ਕਿੰਨੀ ਵਾਰ ਕਿਹਾ ਕਰੋ ਕਿ ਹੁਣ ਤੇਰੀ ਪੜ੍ਹਾਈ ਛਡਾ ਲੈਣੀ ਬਸ, ਕਹਿੰਦੇ ਆ ਵਿੱਚ ਤੁਹਾਨੂੰ, ਵਿੱਚ ਕਦੀ ਕਿਹਾ ਮਾਂ ਬਾਪ ਨੇ? ਨਹੀਂ ਕਿਹਾ। ਅਰੇ ਤੁਹਾਨੂੰ ਲੱਗਦਾ ਕਿ ਤੁਹਾਡੇ ਦੋਸਤ ਜਿਹੜੇ ਤੁਹਾਡੇ ਨਾਲ ਬੈਠੇ ਆ ਉਹਨਾਂ ਦੇ ਘਰ ਦੇ ਹਾਲਾਤ ਵੀ ਇਦਾਂ ਦੇ, ਕਦੀ ਤੁਸੀਂ ਉਹਨਾਂ ਦੇ ਸ਼ੂਜ਼ ਵੱਲ ਦੇਖ ਕੇ ਲੱਗੇ ਕਿ ਇਹਦੇ ਬੂਟ ਫਟੇ ਹੋਏ ਆ ਕਿ ਇਹਦੇ ਕੋਲ ਪੈਸੇ ਨਹੀਂ ਹੈਗੇ ਲੈਣ ਵਾਸਤੇ? ਇਹ ਸਿਚੁਏਸ਼ਨ ਨੂੰ ਕੌਣ ਬਦਲੂਗਾ? ਉਹੀ ਗੱਲ ਹੋਗੀ, ਕੋਈ ਸ਼ਕਤੀਮਾਨ ਆਊਗਾ ਉੱਪਰੋਂ ਕਿ ਅੱਲਾ ਦੀ ਨਾ ਆਊਗਾ ਕਿ ਭੈਣੇ ਤੈਨੂੰ ਕੀ ਚਾਹੀਦਾ ਦੱਸ। ਭੈਣੇ ਜ਼ਿੰਦਗੀ ਦਾ ਇੱਕ ਰੂਲ ਹੈ, ਜਿਹੜੀ ਚੰਗੀ ਕਿਸਮਤ ਆ ਉਹ ਇੱਕ ਵਾਰ ਗੇਟ ਖੜਕਾਉਂਦੀ ਹੈ। ਜਿਹੜੀ ਚੰਗੀ ਕਿਸਮਤ ਆ ਤੁਹਾਡੀ ਉਹ ਇੱਕ ਵਾਰੀ ਗੇਟ ਖੜਕਾਊਗੀ ਔਰ ਚੱਲ ਜੂਗੀ ਵਾਪਸ ਜੇ ਗੇਟ ਨਾ ਖੁੱਲਿਆ। ਪਰ ਮਾੜੀ ਕਿਸਮਤ ਉਦੋਂ ਤੱਕ ਗੇਟ ਖੜਕਾਉਂਦੀ ਹੈ ਜਦੋਂ ਤੱਕ ਗੇਟ ਖੋਲ ਨਾ ਜਾਵੇ। ਹੁਣ ਦੇਖਣਾ ਤੁਸੀਂ ਕਿ ਦੋਨੋਂ ਚੋਂ ਗੇਟ ਕਿਹਦਾ ਖੋਲਣਾ। ਕਈ ਵਾਰ ਤੁਸੀਂ ਆਪ ਐਸੀ ਸਿਚੁਏਸ਼ਨ ਦੇ ਵਿੱਚ ਫਸ ਜਾਂਦੇ ਹੋ ਕਿ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਵੀਰੇ ਹੁਣ ਇੱਥੇ ਕਰਨਾ ਕੀ ਹੈ, ਇੱਥੇ ਮੈਨੂੰ ਸਮਝ ਨਹੀਂ ਆ ਰਹੀ ਕਿ ਹੁਣ ਇੱਥੇ ਮੈਂ ਕਰਾਂ ਕੀ। ਪਰ ਮੈਂ ਸਿਰਫ ਇੱਕ ਗੱਲ ਕਹਿਣਾ ਚਾਹੁੰਦਾ, ਜਿਹੜੀ ਚੀਜ਼ਾਂ ਦੇ ਮਗਰ ਤੁਸੀਂ ਅੱਜ ਭੱਜਦੇ ਹੋ ਨਾ, ਕੋਈ ਵੀ ਚੀਜ਼ ਹੋ, ਕਿਉਂਕਿ ਜਿਹੜੀਆਂ ਛੋਟੀਆਂ ਭੈਣਾਂ ਬੈਠੀਆਂ ਉਹਨਾਂ ਨੇ ਤਾਂ ਉਹੀ ਫੋਲੋ ਕਰਨਾ ਜੋ ਵੱਡੀਆਂ ਨੇ ਕਰਨਾ। ਇੱਕ ਘਰ ਦੇ ਵਿੱਚ ਦੋ ਭੈਣਾਂ ਹੁੰਦੀਆਂ, ਇੱਕ ਛੋਟੀ ਇੱਕ ਵੱਡੀ। ਘਰ ਦੇ ਵਿੱਚ ਕਿੰਨੀਆਂ ਭੈਣਾਂ ਹੁੰਦੀਆਂ? ਇੱਕ ਛੋਟੀ ਇੱਕ ਵੱਡੀ। ਹਾਂ, ਸੁੱਤੇ ਨਹੀਂ ਤੁਸੀਂ ਮਤਲਬ, ਨੀਂਦ ਤਾਂ ਨਹੀਂ ਆ ਰਹੀ? ਸ਼ਾਬਾਸ਼। ਇੱਕ ਛੋਟੀ ਹੁੰਦੀ ਇੱਕ ਵੱਡੀ ਹੁੰਦੀ। ਤਾਂ ਛੋਟੀ ਦੀ ਘਰੇ ਕੰਪਲੇਂਟ ਆ ਜਾਂਦੀ ਹੈ ਮਹੱਲੇ ਚੋਂ ਕਿ ਤੁਹਾਡੀ ਕੁੜੀ ਨੇ ਤਾਂ ਜੀ ਏਦਾਂ ਏਦਾਂ ਕੀਤਾ। ਤਾਂ ਵੱਡੀ ਭੈਣ ਭੱਜੀ ਭੱਜੀ ਆਉਂਦੀ ਆ ਕਿ ਹਾਂ ਵੀ ਦੱਸ ਆ ਤੂੰ ਕੀ ਕੀਤਾ। ਤਾਂ ਛੋਟੀ ਅੱਗੋਂ ਘੂਰ ਕੇ ਪਤਾ ਹੀ ਕਹਿੰਦੀ ਕਿ ਪਹਿਲਾਂ ਆਪਣੇ ਲੱਛਣ ਦੇਖ ਲੈ, ਮੈਨੂੰ ਫਿਰ ਸੁਧਾਰੀ। ਤੇ ਇਹਦਾ ਮਤਲਬ ਕੀ ਹੋਇਆ? ਫਿਰ ਵੱਡੀ ਕੀ ਬੋਲੂਗੀ ਅੱਗੋਂ? ਵੱਡੀ ਕੀ ਬੋਲੂਗੀ ਅੱਗੋਂ? ਕੁਝ ਬੋਲਣ ਜੋਗੀ ਨਹੀਂ। ਕਿਉਂ? ਕਿਉਂਕਿ ਉਹਨੂੰ ਆਪ ਪਤਾ ਕਿ ਮੈਂ ਕਿੱਦਾਂ ਦੀ ਹਾਂ। ਤਾਂ ਕਿਸੇ ਨੂੰ ਸਮਝਾਉਣ ਵਾਸਤੇ ਪਹਿਲਾਂ ਆਪ ਤਾਂ ਉਦਾਂ ਦੇ ਬਣਨਾ ਪੈਣਾ ਨਾ। ਦੀਵਾਲੀ ਦੇ ਪਟਾਕੇ ਕਿੰਨੇ ਕਿੰਨੇ ਚਲਾਏ ਸੀ?